कबड्डी के खिलाड़ी मिर्जा जट को जब शोहरत ना मिली तो इन्होंने जिला उकाड़ा में ट्रैक्टर और गाड़ियां उठाकर स्टंट करना शुरू कर दिए और अपनी वीडियोस जब टिकटॉक पर डाली तो चंद ही दिनों में इन्हें मिलियंस फॉलोअर मिल गए। टिकटॉकर मिर्जा जट की मोटिवेशनल कहानी सुने इन्हीं की ज़बानी। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियो से बाखबर रह सकें। अस्सलाम वालेकुम नाज़रीन, मैं हूं इब्तिसाम बलोच और आप देख रहे हैं उर्दू पॉइंट। नाज़रीन, आज मैं आपको एक ऐसे टिकटॉकर से मिलाने जा रहा हूं जो कि ख़तरनाक स्टंट भी करते हैं और कबड्डी के भी खिलाड़ी हैं। उनसे जानेंगे टिकटॉक से महाना कितनी इनकम कमाते हैं, टिकटॉक कितने पैसे दे रही है और उनकी फ़िटनेस का राज क्या है। स्टंट करते वक्त डरते नहीं हैं या स्टंट से डर नहीं लगता, घर वालों का क्या रिएक्शन है, आज उनसे मुख्तलिफ सवालात करेंगे। मिर्ज़ा भाई, मुझे बताइएगा टिकटॉक कब और कैसे स्टार्ट किया? ਟਿਕਟੋਕ ਤੋਂ ਪਹਿਲਾਂ 2 ਸਾਲ ਪਹਿਲਾਂ ਹੀ ਮੈਂ ਸਟਾਰਟ ਕੀਤੀ ਹੈ ਤਾਂ ਦੋਸਤ ਨੇ ਦਿਖਾਇਆ ਵੀਡੀਓ ਸ਼ੂਡੀਓ ਅਤੇ ਉਹਦੇ ਵਿੱਚ ਉਹ ਸਾਰੇ ਡਾਂਸ ਦੀ ਗੱਲ ਕਰਦੇ ਸੀ ਅਤੇ ਮੈਂ ਆਪਣਾ ਕੋਈ ਸਟੰਟ ਵਗੈਰਾ ਜਿਹੜਾ ਕਰਦਾ ਸੀ ਇੱਥੋਂ ਆਪਣੇ ਪਿੰਡ ਵਿੱਚ ਅਤੇ ਉੱਥੇ ਦਿਖਾਏ ਅਤੇ ਉਦੋਂ ਵੀ ਫਿਰ ਵੀਡੀਓ ਸ਼ੂਡੀ ਬਣਾਉਣੀ ਸ਼ੁਰੂ ਕੀਤੀਆਂ। ਉਦੋਂ ਹੀ ਆਗਾਜ਼ ਕੀਤਾ ਸੀ ਟਿਕਟੋਕ ਦਾ ਮੈਂ ਤਾਂ 2 ਸਾਲ ਪਹਿਲਾਂ ਹੀ। अच्छा, जो स्टंट आपने स्टार्ट किया था वो कैसे स्टार्ट किया था? ਹਾਂ, ਮੈਂ ਇੱਕ ਛੋਟਾ ਮੋਟਾ ਪਿੰਡ ਦਾ ਪਲੇਅਰ ਸੀ ਕਬੱਡੀ ਦਾ ਅਤੇ ਉਦੋਂ ਜਦੋਂ ਦੇਖਿਆ ਕਿ ਕਬੱਡੀ ਦਾ ਸੀਜ਼ਨ ਖਤਮ ਹੋ ਗਿਆ ਤਾਂ ਉਦੋਂ ਮੈਂ ਸੋਚਿਆ ਕਿ ਐਵੇਂ ਇੱਕ ਵੀਡੀਓ ਪਾਈ ਇੱਕ ਸਟੰਟ ਦੀ ਤਾਂ ਕਾਫੀ ਚੜੀ ਆ ਵੀਡੀਓ ਅਤੇ ਉਦੋਂ ਕਾਫੀ ਜ਼ਿਆਦਾ ਮਤਲਬ ਉਹ ਤੋਂ ਬਾਅਦ ਮੈਂ ਸਟੰਟ ਦੀ ਵੀਡੀਓ ਪਾਉਂਦਾ ਰਿਹਾ, ਹਰ ਵੀਡੀਓ ਵਾਇਰਲ ਹੁੰਦੀ ਰਹੀ ਆ। ਤਾਂ ਬਸ ਇਸ ਇੱਕ ਉਦੋਂ ਸ਼ੌਕ ਪੈ ਗਿਆ ਕਿ ਟਿਕਟੋਕ ਦਾ ਫਿਰ ਕਾਫੀ ਲੋਕ ਪੁੱਛਣ ਲੱਗ ਪਏ, ਰਾਬਤੇ ਕਰਨ ਲੱਗ ਪਏ, ਵੱਡੇ ਵੱਡੇ ਮੈਚਾਂ 'ਚ ਬੁਲਾਉਣ ਲੱਗ ਪਏ ਤਾਂ ਮੈਂ ਜੀ ਇਹ ਤਾਂ ਕੰਮ ਹੀ ਵਧੀਆ ਹੋ ਗਿਆ ਅਤੇ ਬਸ ਅਲਹਮਦੁਲਿਲਾ ਹੁਣ ਟਿਕਟੋਕ 'ਤੇ ਕਾਫੀ ਜ਼ਿਆਦਾ ਕੰਮ ਸ਼ਮ ਕਰੀਦਾ ਅਤੇ ਅੱਛਾ ਖਾਸਾ ਜ਼ਬਰਦਸਤ ਬਣ ਰਿਹਾ। अच्छा, जो कबड्डी आपने स्टार्ट की थी वो कब और कैसे स्टार्ट की? ਹਾਂ, ਕਬੱਡੀ ਆਪਣੇ ਪਿੰਡ ਵਿੱਚ ਐਵੇਂ ਸਟੂਡੈਂਟ ਦੇ ਦੌਰ 'ਚ ਹੈਗਾ 10ਵੀਂ ਕਲਾਸ 'ਚ ਅਤੇ ਤੁਹਾਨੂੰ ਪਤਾ ਖਰਚੇ ਮੁਰਚੇ ਕੰਮ ਹੀ ਹੁੰਦੇ ਆ ਅਤੇ ਇੱਦਾਂ ਹੀ ਫਿਰ ਅਸੀਂ ਥੋੜ੍ਹਾ ਜਿਹਾ ਇੱਕ ਐਵੇਂ ਮੈਚ ਖੇਡਦਾ ਪਿਆ ਸੀ ਤਾਂ ਮੈਂ ਵੀ ਉਹਦੇ ਵਿੱਚ ਵੜ ਗਿਆ ਕੱਛਾ ਪਾ ਕੇ। ਉਹਦੇ ਵਿੱਚ ਕੋਈ 200-300 ਰੁਪਈਆ ਮਿਲਿਆ ਤਾਂ ਮੈਂ ਕਿਹਾ ਛਾਲਾ ਮਾਰਦਾ ਮੈਂ ਤਾਂ ਕੰਮ ਵੀ ਸਵਾਦੀ ਆ ਅਤੇ ਉਦੋਂ ਫਿਰ ਕਬੱਡੀ ਦਾ ਸ਼ੌਕ ਪੈ ਗਿਆ। ਮੈਂ ਲਓ ਜੀ ਖੇਡ ਪੈਸਾ ਵੀ ਆਉਂਦਾ ਹੈ, ਇਹ ਤੋਂ ਚਸਕਾ ਪੈ ਗਿਆ ਕਬੱਡੀ ਦਾ, ਇੱਦਾਂ ਹੀ ਆ। अच्छा, जो टिकटॉक में सबसे पहले वीडियो वायरल हुई थी वो कौन सी थी और सबसे ज़्यादा व्यूज़ किस पे हैं? ਹਾਂ, ਟਿਕਟੋਕ 'ਤੇ ਜਿਹੜੀ ਸਭ ਤੋਂ ਪਹਿਲਾਂ ਵੀਡੀਓ ਵਾਇਰਲ ਸੀ ਉਹ ਕਬੱਡੀ ਕਰਕੇ ਲੋਕਾਂ ਪੁੱਛਿਆ ਕਿ ਯਾਰ ਕਿਹੜੇ ਮਹਿਕਮੇ ਨੂੰ ਕਬੱਡੀ ਖੇਡਦਾ। ਉਹ ਮੈਂ ਇੰਨਾ ਗਿਆ ਕਿ ਯਾਰ ਮੈਂ ਤਾਂ ਇੱਕ ਛੋਟੇ ਮੋਟੇ ਪਿੰਡ ਦਾ ਪਲੇਅਰ ਆ, ਛੋਟੀ ਮੋਟੀ ਟੀਮ 'ਚ ਖੇਡਦਾ ਅਤੇ ਉਹ ਬਸ ਇੰਨਾ ਕਮੈਂਟ ਦਾ ਜਵਾਬ ਦਿੱਤਾ ਤਾਂ ਉੱਦਾਂ ਦੇਖਿਆ ਕਿ ਉਹ ਦੱਸਦੀ ਕਿੱਥੇ ਮਿਲੀਅਨ ਤੇ ਪਹੁੰਚੀ ਵੀ ਵੀਡੀਓ ਮੇਰੀ ਅਤੇ ਲੋਕਾਂ ਕਿਹਾ ਇਨਸ਼ਾਅੱਲਾ ਬਹੁਤ ਅੱਗੇ ਜਾਓਗੇ ਅਤੇ ਬਹੁਤ। ਉਹ ਤੋਂ ਬਾਅਦ ਇੱਕ ਰੇੜੇ ਚੁੱਕੇ ਦੀ ਬੜੀ ਵੀਡੀਓ ਵਾਇਰਲ ਹੋਈ ਅਤੇ ਬਹੁਤ ਲੋਕਾਂ ਦੇਖੀ ਪਸੰਦ ਕੀਤੀ। ਉਹ ਤੋਂ ਬਾਅਦ ਇਸ ਅੱਗੇ ਵੀਡੀਓ ਬਣਾਉਂਦਾ ਗਿਆ। अच्छा, अगर देखा जाए कि तो टिकटॉक पे काफ़ी सारे लोग काम कर रहे हैं जी जी, तो उनका ये भी कहना है कि टिकटॉक पैसा देती है और आम बंदे के ज़हन में भी ये है कि टिकटॉक से पैसा कमाया जाता है। आप कितनी महाना अर्निंग कर रहे हैं? ਨਹੀਂ ਜੀ, ਬਿਲਕੁਲ ਸਿੱਧੀ ਗੱਲ ਤਾਂ ਇਹ ਹੈ ਕਿ ਜਿਹੜਾ ਟਿਕਟੋਕ ਆਪਣਾ ਜਿਹੜਾ ਹੈਗਾ ਨਾ ਉਹ ਖੁਦ ਕੁਛ ਰੁਪਈਆ ਨਹੀਂ ਦਿੰਦਾ, ਐਵੇਂ ਲੋਕ ਗੱਲਾਂ ਹੀ ਛੱਡਦੇ ਆ ਅਤੇ ਲੇਕਿਨ ਜਿਹੜੇ ਪੈਸੇ ਕਮਾਉਂਦੇ ਹੋਰ ਤਰ੍ਹਾਂ ਹੁੰਦੇ, ਕਿਸੇ ਦੀ ਮਸ਼ਹੂਰੀ ਕਰਦਾ, ਐਡਵਰਟਾਈਜ਼ਮੈਂਟ ਕਰਤੀ ਅਤੇ ਜਾਂ ਕਿਸੇ ਦੇ ਅਕਾਊਂਟ ਗਰੋ ਕਰਤਾ ਜਾਂ ਕਿਸੇ ਦੇ ਫੋਲੋਵਰ ਹੁੰਦੇ ਵਧਾ ਤੇ ਇਹਦੇ ਪੈਸੇ ਮਿਲਦੇ ਆ। ਲੇਕਿਨ ਉਹ ਜਿਹੜੇ ਟਿਕਟੋਕ ਖੁਦ ਟੀਮ ਉਹ 1 ਰੁਪਈਆ ਵੀ ਨਹੀਂ ਦੇਵੇ, ਇੱਦਾਂ ਕੂੜੀ ਮਾਰਦੇ ਆ ਸਾਰੇ ਵੀਰੇ। अच्छा, जब से सोशल मीडिया पे आए हैं तब से आपकी लाइफ जो है वो पहले से बेहतर हुई? ਹਾਂਜੀ ਬਿਲਕੁਲ ਜੀ, ਪਹਿਲਾਂ ਤਾਂ ਸਾਰਾ ਦਿਨ ਮੱਝਾਂ ਬੱਕਰੀਆਂ ਚਲਾਉਂਦਾ ਸਾਂ ਅਤੇ ਹੁਣ ਤਾਂ ਕਦੇ ਕਿੱਥੇ ਲੋਕ ਦੋਸਤ ਯਾਰ ਸਾਰੇ ਬਾਹਰ ਸੈਲਫੀਆਂ ਲੈਂਦੇ ਆ, ਫੋਟੋ ਲੈਂਦੇ ਆ ਅਤੇ ਹੋਰ ਇੰਨੀ ਸਾਨੂੰ ਖੁਸ਼ੀ ਕਹਿੰਦੇ ਬੜੀ ਚੇਂਜਿੰਗ ਆਈ ਆ। ਅਤੇ ਹੁਣ ਤਾਂ ਮੈਂ ਕੰਮ ਬਹੁਤ ਘੱਟ ਵੱਧ ਹੀ ਕਰਦਾ ਅਤੇ ਬਕਾਇਦਾ ਮੈਚਾਂ ਮੁੱਚਾਂ 'ਤੇ ਹੀ ਆਉਣਾ ਜਾਣਾ ਅਤੇ ਬਸ ਐਵੇਂ ਹੀ ਕੁਛ 4 ਆਨੇ ਕਮਾਉਂਦੇ ਆ। ਇਸ ਅਲਹਮਦੁਲਿਲਾ ਜ਼ਬਰਦਸਤ ਕੰਮ ਚੱਲਿਆ ਇਹ ਤਾਂ। अच्छा, आपकी फ़िटनेस का जो राज है और डाइट क्या करते हैं? ਬਾਹਰੋਂ ਕਦੇ ਨਹੀਂ ਕੋਈ ਚੀਜ਼ ਖਾਧੀ। ਹਾਂ, ਕਦੇ ਲੰਬੇ ਸਫ਼ਰ 'ਤੇ ਚਲਾ ਜਾਂਦਾ ਫਿਰ ਕੋਈ ਸ਼ੈ ਖਾ ਲੈਂਦਾ, ਲੇਕਿਨ ਬਕਾਇਦਾ ਨਹੀਂ ਤਾਂ ਅਸੀਂ ਟੋਟਲ ਜਿਹੜੇ ਘਰ ਦੀ ਆਪਣੀ ਜਿਹੜੀ ਬਣੀ ਹੋਈ ਖੁਰਾਕ ਦੇਸੀ ਘੀ ਦੀ ਅਤੇ ਉਹੀ ਖਾਣਾ ਜਿਹੜੇ ਆਮ ਨੋਰਮਲ ਹੁੰਦੀ ਆ ਅਤੇ ਲੇਕਿਨ ਉਹਦੇ ਵਿੱਚ ਕਿ ਇਸ ਤਰ੍ਹਾਂ ਦੀ ਕੋਈ ਫਾਸਟ ਫੂਡ ਕਦੇ ਵੀ ਨਹੀਂ ਇਸਤੇਮਾਲ ਕਦੇ ਕੀਤੀ। अच्छा, जो देखा जाए स्टंट आप करते हैं, ठीक है, लोग आपको चैलेंज देते हैं, आप चैलेंज कबूल करके उनका रिप्लाई वापस करते हैं, ठीक है, और आप ख़तरनाक जो स्टंट करते हैं, कभी अपने ऊपर से जो ट्रैक्टर है वो गुजार रहे हैं, बहुत बड़े आप जो है ना बुरे स्टंट कर रहे होते हैं,
कभी डर नहीं लगा कि यार मेरी जो है टांग है वो फ्रैक्चर हो जाएगी या मेरे बीवी है बच्चे हैं जो भी है? ਨਹੀਂ ਜੀ, ਜਿਹੜਾ ਇਨਸਾਨ ਮਿਹਨਤ ਕਰਦਾ ਹੈ ਆਪਣੇ ਆਪ ਤੇ ਉਹਨੂੰ ਭਰੋਸਾ ਹੁੰਦਾ, ਪਤਾ ਹੈ ਕਿ ਮੈਂ ਕੰਮ ਮੇਰੇ ਲਈ ਮੁਸ਼ਕਲ ਨਹੀਂ। ਮੈਂ ਅਲਹਮਦੁਲਿਲਾ ਇੰਨੀ ਕੁ ਮਿਹਨਤ ਕੀਤੀ ਆ ਤੇ ਟਰੈਕਟਰ ਟਰੂਟਰ ਜਾਂ ਬੱਸਾਂ ਬੁੱਸਾਂ ਵੈਗਨਾਂ ਵੂਗਨਾਂ ਤੋਂ ਲਗਾਉਣਾ ਤਾਂ ਕੋਈ ਆਮ ਨੋਰਮਲ ਜੀ ਗੱਲ ਆ, ਇਹਦੇ 'ਚ ਕੋਈ ਮੈਨੂੰ ਡਰ ਬੋਣ ਲੱਗਿਆ। ਲੇਕਿਨ ਬਾਜ਼ ਕਾ ਤਾਂ ਹੁੰਦਾ ਕਦੇ ਇਹ ਜਿਹਾ ਕੋਈ ਫ੍ਰੈਕਚਰ ਵੀ ਹੋ ਜਾਂਦਾ ਕਿ ਲਗਾਵਣ ਲੱਗੇ ਤੇਜ਼ੀ 'ਚ ਮਤਲਬ ਮੁੜ ਜਾਂਦੀ ਆ ਤੇ ਮਾੜੀ ਮੋਟੀ ਜਿਹੜੀ ਹੁੰਦੀ ਉਹ ਇੱਕ ਦੋ ਦਿਨ ਬਾਅਦ ਅਲਹਮਦੁਲਿਲਾ ਠੀਕ ਹੋ ਜਾਂਦੀ ਆ। ਤੇ ਕਾਫੀ ਲੇਕਿਨ ਮਿਹਨਤ ਇਹਦੇ 'ਚ ਬਹੁਤ ਜ਼ਰੂਰੀ ਆ। ਲੇਕਿਨ ਜਿੱਦਾਂ ਇਨਸਾਨ ਮਿਹਨਤ ਨਹੀਂ ਕਰਦਾ ਕੋਈ ਐਵੇਂ ਹੀ ਕਹਿੰਦਾ ਕਿ ਮੈਂ ਚਲੋ ਜੇ ਡਰੈਕ ਦੋ, ਉਹ ਫਿਰ ਕੋਈ ਹੋਰ ਹੀ ਹੁੰਦਾ, ਉਹਦਾ ਨੁਕਸਾਨ ਹੀ ਹੁੰਦਾ ਬਹੁਤ ਜ਼ਿਆਦਾ। ਤੇ ਅਲਹਮਦੁਲਿਲਾ ਲੇਕਿਨ ਅੱਜ ਤੱਕ ਐਸਾ ਹੋਇਆ ਨਹੀਂ ਕਦੇ। ਬਾਜ਼ ਕਦੇ ਇੱਕ ਦਫਾ ਹੋਇਆ ਤੇ ਮੇਰੀ ਜਿਹੜੀ ਹੋਈ ਉਹ ਤੋਂ ਬਾਅਦ ਤੇ ਕਦੇ ਨਹੀਂ ਹੋਈ। अच्छा मुझे बताइएगा सोशल मीडिया से आप महाना कितनी अर्निंग वैसे कर रहे हैं? ਹਾਂਜੀ, ਮੁਖਤਲਿਫ ਐਪ ਹੈਗੇ ਨੇ, ਉਹਨਾਂ ਵਿੱਚੋਂ ਕੋਈ 2.5-3 ਲੱਖ ਰੁਪਏ ਬਣ ਜਾਂਦਾ ਸੋਸ਼ਲ ਐਪਾਂ ਤੋਂ ਤੇ ਇਕੱਠਾ ਕੀਤਾ ਕਰਾਇਆ ਤੇ ਕਾਫੀ ਮਿਹਨਤ ਵੀ ਕਰਨੀ ਪੈਂਦੀ ਹੈ ਤੇ ਇੰਨਾ ਕੋਈ ਈਜ਼ੀਲੀ ਬਣ ਜਾਂਦਾ 2.5-3 ਲੱਖ ਰੁਪਏ ਮਹੀਨੇ ਦਾ। अच्छा, अभी आप हमें ट्रैक्टर जो है अपने ऊपर से गुजार के दिखाएं और हम देखेंगे और जो आवाम भी देख रही है उनको भी दिखाते हैं कि ये स्टंट जो है आसान होता है या मुश्किल होता है। अगर आम बंदा ये करे तो उसके लिए ख़तरनाक है या नहीं? ਨਾ ਭਾਜੀ ਇੱਦਾਂ ਮਤਲਬ ਨਾ ਲੱਤ ਬਾਂਹ ਤੋੜਾਓ। ਮੈਂ ਤਾਂ ਕਦੇ ਮੁੰਡੇ ਨੂੰ ਕਹਿੰਦਾ ਹੁੰਦਾ ਬਿਨਾਂ ਟ੍ਰੇਨਿੰਗ ਤੋਂ ਕਦੇ ਕੰਮ ਨਾ ਕੀਤਾ ਕਰੋ ਕਦੇ, ਤੇ ਇਨਸ਼ਾਅੱਲਾ ਦੋਨੋਂ ਨੂੰ ਦਿਖਾਣੇ ਆ। ਬਾਅਦ ਕਦੇ ਚੁੱਕ ਲੋਕਾਂ ਕੀਤੇ ਆ। ਇੱਕ ਦਫਾ ਤੁਸੀਂ ਜਦ ਤੱਕੀ ਉਹਦੀ ਵੀਡੀਓ ਕਿ ਮੁੰਡੇ ਨੇ ਟਰੈਕਟਰ ਲੱਤਾਂ ਚੁੱਕਣ ਲੱਗੇ ਤਾਂ ਦੋਵੇਂ ਲੱਤਾਂ ਕੜਕ ਹੋ ਗਈਆਂ, ਟੁੱਟ ਗਈਆਂ ਦੋਵੇਂ ਹੁੰਦਾ। ਲੇਕਿਨ ਐਵੇਂ ਨਹੀਂ, ਐਸ ਕਿ ਬਿਨਾਂ ਪਹਿਲਾਂ ਉਹਦੀ ਟ੍ਰੇਨਿੰਗ ਕਰੋ, ਪਹਿਲਾਂ ਬਾਰ-ਬਾਰ ਉਹਨੂੰ ਕਰਕੇ ਦਿਖਾਓ, ਫਿਰ ਉਹ ਤੋਂ ਬਾਅਦ ਉਹਨੂੰ ਪਰਫਾਰਮੈਂਸ ਕਰੋ, ਉਹਨੂੰ ਅੱਗੇ ਲੈ ਕੇ ਆਓ। ਬਕਾਇਦਾ ਇਕੱਲੇ ਬਹਿ ਕੇ ਐਵੇਂ ਘਰ ਬਹਿ ਕੇ ਆਪ ਨੂੰ ਸੋਚ ਕੇ ਟ੍ਰੇਨਿੰਗ ਨਾ ਕੀਤਾ ਕਰੋ ਮਤਲਬ ਕਿ ਮੈਂ ਕਰ ਲਵਾਂ ਦਾ। ਲੇਕਿਨ ਉਹਦੇ ਵਿੱਚ ਕਾਫੀ ਦੋਸਤਾਂ ਦਾ ਮਤਲਬ ਪਹਿਲਾਂ ਆਪ ਖੁਦ ਤਿਆਰ ਹੋਏ ਇਸ ਕਾਬਲ ਕਿ ਮੈਂ ਵਾਕਈ ਹੈ ਮੇਰੇ ਵਾਸਤੇ ਇਨਸਾਨ ਹੈ, ਮੈਂ ਜਦੋਂ ਜਿਸ ਜਗ੍ਹਾ ਤੇ ਜਿਸ ਮੌਕੇ 'ਤੇ ਵੀ ਕਰ ਲਵਾਂ ਤੇ ਬਿਨਾਂ ट्रेनिंग तो कोई मतलब मुश्किल है। जी तो नाज़रीन, आइए हम अब इनका जो है आपको स्टंट दिखाते हैं। जी तो नाज़रीन, आपने देखा कि मिर्ज़ा भाई ने अपने इस जगह से जो है ट्रैक्टर ऊपर गुजार दिया, ठीक है, और देखने से ऐसे लग रहा था कि जैसे कि ये टांग जो है वो सारी फ्रैक्चर हो जाएगी। मिर्ज़ा भाई, डर नहीं लगता ऐसे जब स्टंट करते हैं? घर वालों का रिएक्शन कैसा होता है कि ऐसा ना कि करें? ਨਾ ਜੀ ਨਾ, ਉਹ ਘਰ ਵਾਲਿਆਂ ਦਾ ਭਰੋਸਾ ਹੁੰਦਾ ਕਿ ਪਤਾ ਕਿ ਇਹ ਕਰ ਹੀ ਲੈਂਦਾ ਹਰ ਕੁਝ ਹੀ। ਤੇ ਅਲਹਮਦੁਲਿਲਾ ਜਦੋਂ ਘਰ ਵਾਲਿਆਂ ਦੀ ਦੁਆਵਾਂ ਨਾਲ ਹੁੰਦੀਆਂ ਤੇ ਦੋਸਤਾਂ ਸਾਰਿਆਂ ਦੇ ਮਾਂ-ਵਾਲਿਆਂ ਦੀਆਂ ਦੁਆਵਾਂ ਸਾਡੇ ਨਾਲ ਨੇ ਤੇ ਸਾਨੂੰ ਕਿਹਦਾ ਡਰ ਹੈ ਯਾਰ। ਜੇ ਕਹਿੰਦੇ ਕਿ ਜਿੱਦ ਮਾਂ ਪਿਓ ਦੀ ਦੁਆ ਹੋਰ ਨੂੰ ਕੀ ਚਾਹੀਦਾ, ਦੁਨੀਆ ਤੋਂ ਕਿਹੜਾ ਡਰਨਾ ਹੈ, ਇਹ ਜਿਹਦਾ ਨਾਮ ਨੋਰਮਲ ਜਿਹਦਾ ਯਾਰ। अच्छा, आज तक चोट नहीं लगी ऐसे? ਹਾਂ, ਇੱਕ ਦਫਾ ਇੰਜਰੀ ਹੋਈ ਸੀ, 2 ਗੱਡੀਆਂ ਰੋਕਣ ਵਾਸਤੇ ਤੋਂ ਬੈਲਟ ਆਪਣੇ ਥੋੜੇ ਜਿਹੇ ਹੋਰ ਜਿਹੇ ਹੈਗੇ ਸਨ ਤੋਂ ਬਾਜ਼ੂ ਦੋਨੋਂ ਹੀ ਛਿੱਲੇ ਗਿਆ ਸਨ, ਉਹ ਹੀ ਇੰਜਰੀ ਹੋਈ ਆ। ਉਹ ਤੋਂ ਬਾਅਦ ਅਲਹਮਦੁਲਿਲਾ ਕੋਈ ਇੰਜਰੀ ਨਹੀਂ ਹੋਈ, ਮੈਂ ਤਾਂ ਲੱਗ ਗਿਆ।